ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸੇਖ ਫਰੀਦ ਜੀ ਕੇ ਭਾਗ 44ਵਾਂ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਹੀਂ ਲੋਣ। ਅੱਗੇ ਗਏ ਸਜਾਵਸਨ, ਚੋਟਾਂ ਖਾਸੀ ਕੌਣ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀਂ ਲੋਣ। ਅੱਗੇ ਗਏ ਸਜਾਵਸਨ, ਚੋਟਾਂ ਖਾਸੀ ਕੌਣ। ਕੀ ਸਮਝਾਉਣਾ ਚਾਹੁੰਦੇ ਆ ਬਾਬਾ ਫਰੀਦ ਜੀ? ਬੁੱਧੀ ਮਨ ਨੂੰ ਕੋਸਦੀ ਹੈ, ਇਹ ਮਨਾ ਇਹ ਸੰਸਾਰ 'ਤੇ ਕੀ ਦੇਖਦੇ ਆ। ਧਰਮ ਦੇ ਵਿੱਚ ਵੀ ਆ ਕੇ ਲੋਕਾਂ ਨੇ ਮਾਇਆ ਨੂੰ ਨਹੀਂ ਛੱਡਿਆ, ਔਰ ਧਰਮੀ ਵੀ ਖਾਏ ਜਾਂਦੇ ਨੇ। ਬੜੇ ਬੜੇ ਗੁਰੂ ਬਣੇ ਬੈਠੇ ਆ। ਧਰਮ ਤਾਂ ਬਹੁਤ ਦੂਰ ਦੀ ਗੱਲ ਹੈ ਭਾਈ। ਜਿਹੜੇ ਅਸੀਂ ਧਰਮ ਕਰਮ ਕਰਦੇ ਹਾਂ ਉਹ ਸਾਰੇ ਸਰੀਰ ਕਰਕੇ ਨੇ। ਆਤਮਾ ਤਾਂ ਵਿਚਾਰੀ ਭਟਕਦੀ ਹੈ। ਜੇ ਬਾਹਲੇ ਸਿਆਣੇ ਆ ਤੈਨੂੰ ਤਾਂ ਗਤੀ ਸਰੀਰ ਦੀ ਕਰੀ ਜਾਂਦੇ ਆ, ਗਤੀ ਆਤਮਾ ਦੀ ਹੋਣੀ ਆ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤੀ ਮੇਰੀ। ਪਰਮ ਗਤੀ ਹੋਣੀ ਸੀ ਬਾਣੀ ਸੁਣ ਕੇ। ਸ਼ਬਦ ਨੂੰ ਗਿਆਨ ਨਾਲ ਬੁੱਧੀ ਦਾ ਵਿਕਾਸ ਹੋਣਾ ਸੀਗਾ। 4 ਕਲਾਸਾਂ ਸੀਗੀਆਂ ਸੱਚਖੰਡ ਪਹੁੰਚਣ ਤੱਕ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਲਓ। ਚੌਥੇ 'ਚ ਦੇਵ ਲੋਕ, 10ਵਾਂ ਦੁਆਰ ਦਰਗਾਹ ਪਹੁੰਚਣਾ ਸੀ ਜਿੱਥੇ ਭਗਤੀ ਸ਼ੁਰੂ ਹੋਣੀ ਸੀ। ਧਿਆਨ ਕਰਕੇ ਸਰੀਰ ਕਰਕੇ ਭਗਤੀਆਂ ਪੂਰਨ ਮੰਨੀ ਬੈਠਾ ਆਪਦੇ ਆਪ ਨੂੰ। ਉਹ ਵੀ ਧਰਮ ਦੇ ਵਿੱਚ ਲੋਕਾਂ ਨਾਲ ਠੱਗੀ ਲਾ ਰਿਹਾ ਵਾ। ਕੀ ਸਮਝਾਉਂਦੇ ਆ ਇੱਥੇ ਬਾਬਾ ਫਰੀਦ ਜੀ? ਬੜੇ ਬੜੇ ਧਰਮਾਂ ਨੂੰ। ਫਰੀਦਾ ਇੱਕ ਨਾ ਆਟਾ ਅਗਲਾ। ਫਰੀਦਾ ਇੱਕ ਨਾ ਤਾਂ ਇੰਨੀ ਦੌਲਤ ਇਕੱਠੀ ਕਰ ਲਈ ਆ, ਜਿਹੜੇ ਅੱਗੇ ਆਉਣਗੇ ਵੀ ਇਹਦੇ ਵਿੱਚ ਖਾਣ ਨੂੰ ਬਹੁਤ ਕੁਛ ਪਿਆ ਉਹਦੇ ਕੋਲੇ। ਇੱਕ ਨਾ ਨਾਹੀਂ ਲਾਉਣ। ਇੱਕ ਉਦੋਂ ਛੋਟੇ ਜਿਹੜੇ ਉਹਨਾਂ ਨੂੰ ਦੇਖ ਕੇ ਜਦੋਂ ਜਹਿ 'ਚ ਲੱਗੇ ਹੋਏ ਨੇ, ਉਹਨਾਂ ਦੇ ਉਪਦੇਸ਼ ਦੇ ਵਿੱਚ ਕੀ ਹੈ? ਕੁਛ ਨਹੀਂ ਹੈਗਾ। ਉਪਦੇਸ਼ ਤਾਂ ਕਿਸੇ 'ਚ ਵੀ ਕੁਛ ਨਹੀਂ ਹੈਗਾ। ਮਾਨਵ ਸੋਚ ਹੈ। ਲੋਭ ਦਿੰਦੇ ਨੇ। ਇੱਕ ਨਾ ਨਾਹੀਂ ਲਾਉਣ। ਉਹ ਲੱਗੇ ਹੋਏ ਨੇ ਇਕੱਠੀ ਕਰਨ, ਉਹਨਾਂ ਕੋਲ ਇੰਨੀ ਨਹੀਂ ਹੈਗੀ। ਅੱਗੇ ਗਏ ਸਜਾਸਨ, ਅੱਗੇ ਸਿਆਣੇ ਜਾਣਗੇ ਸਾਰੇ ਭਾਈ। ਝੋਟਾਂ ਖਾਸੀ ਕੌਣ। ਆਪਾਂ ਨਹੀਂ ਇਹ ਕੰਮ ਕਰਨਾ, ਆਪਾਂ ਹੀ ਕਰਮ ਨਹੀਂ ਕਰਨੇ। ਇਹ ਸਾਰਾ ਕੁਛ ਤਾਂ ਕੁਦਰਤ ਦਾ ਹੈ ਭਾਈ, ਅੱਲਾ ਦਾ ਹੈ। ਸਗਲੀ ਧਰਤੀ ਮਾਲ ਧਨ ਬਰਤਨ ਸਰਬ ਜੰਜਾਲ। ਇਹ ਜੰਜਾਲ ਹੈ ਬਹੁਤ ਵੱਡਾ ਭਾਈ। ਇਹ ਕੁਦਰਤ ਦਾ ਵਾ, ਇਹ ਕੁਦਰਤ ਨੇ ਬਣਾਇਆ। ਅਸੀਂ ਇਹਨੂੰ ਆਪਣਾ ਸਮਝੀ ਬੈਠੇ ਹਾਂ, ਉਹੀ ਭੁਲੇਖਾ ਖਾ ਲਿਆ। ਇਹ ਜੰਜਾਲ ਹੈ, ਇਹ ਵਰਤਣ ਨੂੰ ਦਿੱਤੀ ਆ ਉਹਨੇ ਕੁਦਰਤ ਨੇ। ਇਹਨੂੰ ਆਪਾਂ ਨਾਲ ਨਹੀਂ ਲਿਜਾ ਸਕਦੇ। ਤਿਲ ਜਿੰਨੀ ਵੀ ਚੀਜ਼ ਆਪਣੇ ਨਾਲ ਨਹੀਂ ਜਾਣੀ। ਦੇਖ ਲਓ ਭਾਈ ਵਿਚਾਰ ਕੇ। ਜਦੋਂ ਅਸੀਂ ਆਉਂਦੇ ਹਾਂ ਸਾਡੇ ਕੋਲ ਕੁਛ ਨਹੀਂ ਹੁੰਦਾ। ਬੁੱਧੀ ਹੁੰਦੀ ਹੈ ਨਿਰਮਲ, ਬਸ ਉਹ ਅਸੀਂ ਖਰਾਬ ਕਰਕੇ ਚਲੇ ਜਾਂਦੇ ਹਾਂ। ਬੁੱਧੀ ਨਿਰਮਲ ਤੋਂ ਪਵਿੱਤਰ ਕਰਕੇ, ਪਨੀਤ ਕਰਕੇ ਆਪਦੇ ਘਰ ਵਾਪਸੀ ਜਾਣੀ ਸੀਗੀ। ਬੁੱਧੀ ਇੱਥੇ ਫਸ ਜਾਂਦੀ ਹੈ, ਮਨ ਨੂੰ ਖੁਸ਼ ਕਰਨ ਲੱਗ ਜਾਂਦੀ ਹੈ। ਭੂਤ ਬੋਤਲ 'ਚੋਂ ਨਿਕਲ ਜਾਂਦਾ। ਨਾ ਹੁਣ ਭੂਤ ਬੋਤਲ ਚਾਹਵੇ ਅਤੇ ਨਾ ਹੁਣ ਬੁੱਧੀ ਚਾਹਵੇ। ਗਤੀ ਸਰੀਰ ਦੀ ਕਰਨ ਲੱਗ ਗਏ, ਆਤਮਾ ਦੀ ਹੋਣੀ ਸੀ। ਇਹ ਸਿੱਖੀ ਦਾ ਘਰ ਹੈ ਭਾਈ। ਜਿੰਨੇ ਗੁਰੂ ਭਗਤਾਂ ਦੇ ਉਪਦੇਸ਼ ਆਪਾਂ ਵਿਚਾਰ ਰਹੇ ਹਾਂ, ਇਹ 'ਚੋਂ ਸਿੱਖੀ ਪੈਦਾ ਹੋਣੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ। ਤੁਹਾਡੇ ਕੰਨੀ ਕਾਲ ਸ਼ੋਭ ਨਹੀਂ ਸਕਦਾ, ਤੁਹਾਨੂੰ ਝਾਕ ਵੀ ਨਹੀਂ ਸਕਦਾ ਕਾਲ। ਜਦੋਂ ਸਿੱਧ ਗੋਸ਼ਟ ਹੋਈ ਸੀ ਮਹਾਰਾਜ ਨਾਲ, ਗੁਰੂ ਸਾਹਿਬਾਨ ਨਾਲ ਸਿੱਧਾਂ ਦੀ, ਤਾਂ ਉਹ ਪੁੱਛਦੇ ਨੇ ਸਿੱਧ ਹੈਰਾਨ ਹੋ ਕੇ ਗੁਰੂ ਸਾਹਿਬ ਨੂੰ ਦੇਖ ਕੇ, ਕਹਿੰਦੇ ਸਤਿਗੁਰਾ ਕਵਣ ਯੋਧ ਜੋ ਕਾਲ ਸੰਘਾਰੇ। ਕੋਈ ਐਸਾ ਯੋਧਾ ਹੈ ਸੰਸਾਰ ਦੇ ਵਿੱਚ ਜਿਹੜਾ ਕਾਲ ਨੂੰ ਸੰਘਾਰ ਦਿੰਦਾ ਹੈ, ਕਾਲ ਨੂੰ ਮਾਤ ਦਿੰਦਾ ਹੈ? ਦੋ ਹੀ ਤਾਂ ਭਾਈ ਮਾਤ ਦਿੰਦੇ ਆ ਕਾਲ ਨੂੰ। ਇੱਕ ਜਿਹੜੇ ਸ਼ਹੀਦ ਹੁੰਦੇ ਆ ਸਾਹਮਣੇ ਲੜ ਕੇ ਸਰੀਰ ਕਰਕੇ ਮਾਤ ਦਿੰਦੇ ਨੇ ਯੋਧੇ। ਇੱਕ ਭਗਤ ਹੈ, ਭਗਤ ਉਹਦੇ ਅੱਗੇ ਹੱਥਾਂ ਜੋੜੀ ਕਰਕੇ ਮੌਤ ਨੂੰ ਮਾਤ ਦਿੰਦਾ ਹੈ। ਭਗਤ ਦਾ ਕੰਮ ਮੁੱਕ ਜਾਂਦਾ ਹੈ। ਸ਼ਹੀਦੀ ਦਾ ਜਿਹੜਾ ਕਰਦੇ ਨੇ, ਸ਼ਹੀਦ ਹੁੰਦੇ ਨੇ, ਉਹਨਾਂ ਦਾ ਜੰਮਣ ਮਰਨ ਚੱਲਦਾ ਰਹਿੰਦਾ ਹੈ। ਉਹੀ ਤਾਂ ਬਾਣੀ ਆਪਾਂ ਨੂੰ ਸਮਝਾ ਰਹੀ ਹੈ। ਬਾਰ ਬਾਰ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾ ਰਹੀ ਹੈ। ਪਰ ਆਪਾਂ ਸਿੱਖੀ ਲੈਂਦੇ ਹੀ ਨਹੀਂ। ਆਪਾਂ ਤਾਂ ਗੁਰੂਆਂ ਨੂੰ ਉਪਦੇਸ਼ ਕਰਦੇ ਹਾਂ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲਈਏ,
ਪਹਿਲਾਂ ਆਪਾਂ ਪਿੱਛੇ ਜਿਹੜੀ ਵਿਚਾਰ ਕੀਤੀ ਹੈ, ਸਤਿਗੁਰਾਂ ਨੇ ਫਿਰ ਉਹਨੂੰ ਸਮਝਾਇਆ ਹੈ। ਤੁਹਾਡੇ ਸਾਹਮਣੇ ਤਾਂ ਬੈਠਾ ਗੁਰੂ ਪਾਤਸ਼ਾਹ, ਕਾਲ ਨੂੰ ਖਾਈ ਤਾਂ ਬੈਠਾ ਹੈ। ਕਹਾਣੀਆਂ ਬਣਾਤੀਆਂ ਜੀ, ਰਾਵਣ ਨੇ ਕਾਲ ਪਾਵੇ ਨਾ ਬੰਨਿਆ। ਪਾਵੇ ਨਾਲ ਕਾਲ ਕੋਈ ਦਿਖਣ ਵਾਲੀ ਚੀਜ਼ ਹੈ? ਮਨ ਅੱਜ ਤੱਕ ਕਿਸੇ ਨੇ ਦੇਖਿਆ ਨਹੀਂ, ਪਰ ਫਿਰ ਵੀ ਝੂਠ ਬੋਲਿਆ ਗਿਆ। ਨਾ ਇਹ ਆਉਂਦਾ ਦੀਂਦਾ, ਨਾ ਜਾਂਦਾ ਦੀਂਦਾ। ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ, ਇਹੀ ਤਾਂ ਦਰਸ਼ਨ ਕਰਨਾ ਆਪਾਂ ਭਾਈ। ਬੜੀਆਂ ਬੜੀਆਂ ਕਹਾਣੀਆਂ ਬਣ ਗਈਆਂ, ਬੜਾ ਬੜਾ ਝੂਠ ਬੋਲਿਆ ਗਿਆ। ਅਸੀਂ ਝੂਠਿਆਂ ਨਾਲ ਜੁੜ ਜਾਂਦੇ ਹਾਂ। ਤੁਹਾਡੇ ਸਾਹਮਣੇ ਬੈਠਾ ਪਿਓ ਤੁਹਾਡਾ ਕਾਲ ਨੂੰ ਖਾਈ। ਕਾਲ ਕੀ ਹੈ? ਮਨ ਹੀ ਕਾਲ ਹੈ। ਜੋ ਇੱਛਾ ਕਰਦਾ ਇਹੀ ਕਾਲ ਹੈ। ਜਦ ਤੱਕ ਇੱਛਾ ਰਹਿਣਗੀਆਂ ਕਾਲ ਐਵੇਂ ਰਹੂਗਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਆਉਣ। ਜਦੋਂ ਅਸੀਂ ਜਨਮ ਲੈਂਦੇ ਹਾਂ, ਸਾਡਾ ਬਾਇਓਡਾਟਾ ਲਿਖਿਆ ਜਾਂਦਾ ਹੈ। ਉਸ ਸਮੇਂ ਅਨੁਸਾਰ ਸਾਨੂੰ ਜਾਣਾ ਪੈਂਦਾ ਹੈ। ਇੱਛਾ ਪਹਿਲਾਂ ਖਤਮ ਕਰ ਲਈਆਂ, ਮਨ ਦੀ ਸਮਾਪਤੀ ਹੋ ਜਾਊਗੀ। ਸ਼ਬਦ ਮਰੈ ਫੁਨ ਜੀਵੇ, ਫਿਰ ਬਹੁਰ ਨਾ ਮਰਨਾ ਹੋਈ। ਤਾਂ ਆਪਣਾ ਜੰਮਣ ਮਰਨ ਤੋਂ ਛੁਟਕਾਰਾ ਹੋਊਗਾ। ਜੇ ਆ ਜਿਹੜੇ ਥੱਲੇ ਕਰ ਰਹੇ ਨੇ, ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਅੱਗੇ ਗਏ ਸੁਝਾਵਸਨ ਚੋਟਾਂ ਖਾਸੀ ਕੌਣ। ਸਿਆਣੇ ਜਾਣਗੇ ਸੁਝਾਵਨ ਤੋਂ ਭਾਵ, ਸਿਆਣੇ ਜਾਣਗੇ। ਕਿਉਂ? ਅਸੀਂ ਲੈ ਕੇ ਕੀ ਹੈ? ਸਾਰਾ ਕੁਛ ਤਾਂ ਕੁਦਰਤ ਦਾ ਹੈ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸੰਭੋਈ। ਸਾਰਾ ਕੁਛ ਤਾਂ ਉਹਦਾ ਹੈ। ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ। ਕਦੇ ਨਿਗਾਹ ਮਾਰ ਕੇ ਦੇਖੀ ਜੋ ਸੰਸਾਰ 'ਚ ਅਸੀਂ ਆਏ ਹਾਂ, ਕੀ ਲੈ ਕੇ ਆਏ ਹਾਂ। ਹਾਂ, ਹੁਕਮ ਨਾਲ ਜਦੋਂ ਟੁੱਟਦੇ ਹਾਂ, ਰੋਂਦੇ ਜ਼ਰੂਰ ਹੈ ਬੱਚੇ। ਉਹ ਜਦੋਂ ਅਸੀਂ ਰੋਂਦੇ ਹਾਂ, ਜੋ ਬੱਚਾ ਰੋਂਦਾ, ਹੁਕਮ ਨਾਲ ਟੁੱਟਦੇ ਹਾਂ ਅਸੀਂ। ਇੱਥੇ ਆਉਣਾ ਨਹੀਂ ਚਾਹੁੰਦੇ, ਪਰ ਆਉਣਾ ਸਾਨੂੰ ਕਰਨਾ ਪੈਂਦਾ ਵਾ। ਇਹ ਸਰੀਰ ਕਾਹਦੀ ਖਾਤਰ ਮਿਲਿਆ? ਨਾਮ ਦੀ ਪ੍ਰਾਪਤੀ ਖਾਤਰ। ਉਹ ਅਸੀਂ ਛੱਡਤਾ, ਆਟਾ ਇਕੱਠਾ ਕਰ ਲਿਆ। ਇਹ ਤਾਂ ਬਹੁਤ ਪਿਆ ਇੱਥੇ ਭਾਈ। ਇਹ ਢੇਰੀ ਤਾਂ ਕਿਸੇ ਨੇ ਅੱਜ ਤੱਕ ਨਾਲ ਨਹੀਂ ਲਗਾਈ, ਲੈ ਕੇ ਗਏ। ਆਉਂਦੇ ਨੇ, ਕੋਈ ਢੇਰੀ ਨੂੰ ਖੰਡਾ ਜਾਂਦਾ, ਕੋਈ ਢੇਰੀ ਹੋਰ ਉੱਚੀ ਕਰ ਜਾਂਦਾ। ਤਾਂ ਬਹੁਤ ਆਏ, ਬਹੁਤ ਚਲੇ ਗਏ। ਆ ਜਾਣਾ ਆਪਾਂ ਨੂੰ ਅੱਗੇ। ਬਾਬਾ ਫਰੀਦ ਦਾ ਸਲੋਕ, ਪਤਾ ਨਹੀਂ ਕਿੰਨੇ ਕੁ ਆਏ ਨੇ, ਕਿੰਨੇ ਕੁ ਚਲੇ ਗਏ। ਫਿਰ ਆਪਾਂ ਆਹੀ ਕੁਛ ਕਰਾਂਗੇ ਭਾਈ? ਨਹੀਂ ਭਾਈ, ਇਹ ਗਲਤੀ ਨਹੀਂ ਕਰਨੀ ਆਪਾਂ ਗੁਰੂ ਸ਼ਬਦ ਦੀ ਵਿਚਾਰ, ਗੁਰ ਕੇ ਚਰਨ ਬਾਣੀ ਨਾਲ ਜੁੜ ਕੇ ਆਪਾਂ ਕਾਲ ਤੋਂ ਮੁਕਤ ਹੋਣਾ। ਪਹਿਲਾਂ ਮਾਇਆ ਤੋਂ ਮੁਕਤ ਹੋ ਕੇ ਫਿਰ ਆਪਣੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਸਰੀਰ 'ਚ ਰਹਿੰਦਿਆਂ ਸੰਸਾਰ 'ਚ ਆਪਾਂ ਲੋਕ ਤੇ ਪਰਲੋਕ ਆਪਦੇ ਘਰ ਪਹੁੰਚਣਾ ਹੈ। ਸੁਖੀ ਵਸੇ ਮਸਕੀਨੀ ਆਪ ਨਿਵਾਰਤ ਲੈ। ਸੁਖਮਨੀ ਸਾਹਿਬ ਸਤਿਗੁਰਾਂ ਦੇ ਬਚਨ ਨੇ। ਮਸਕੀਨ ਹੁੰਦਾ ਹੈ, ਸੁਖੀ ਉਹ ਹੁੰਦਾ ਹੈ ਜਿਹੜਾ ਆਪ ਦਾ ਨਿਵਾਰ, ਆਪਣੀ ਮੱਤ ਦਾ ਤਿਆਗ ਕਰ ਦਿੰਦਾ ਵਾ। ਤਲੇ ਭਾਵ ਹਿਰਦੇ ਚਲਿਆ ਜਾਂਦਾ ਹੈ, 10ਵੇਂ ਦੁਆਰ ਚਲੇ ਜਾਂਦਾ। ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ, ਨਹੀਂ ਤਾਂ ਫਿਰ ਇੱਕ ਜੰਮਦੇ ਮਰਦੇ ਰਹਾਂਗੇ ਭਾਈ ਆਪਾਂ। ਉਹੀ ਬਾਬਾ ਜੀ ਨੇ ਸਮਝਾਇਆ, ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨੇ ਬਹੁਤ ਧਨ ਇਕੱਠਾ ਕਰ ਲਿਆ, ਇੱਕ ਨਾ ਨਾਹੀ ਲੋਣ। ਇੱਕ ਲੱਗੇ ਹੋਏ ਨੇ, ਅੱਗੇ ਗਏ ਸੁਝਾਵਸਨ ਚੋਟਾਂ ਖਾਸੀ ਕੌਣ। ਸਿਆਣੇ ਜਾਣਗੇ ਸਾਰਾ ਕੁਛ ਤਾਂ ਕੁਦਰਤ ਨੇ ਬਣਾਇਆ। ਵੀ ਆਪਾਂ ਕਬੀਰ ਜੀ ਦਾ ਸਲੋਕ ਲੈ ਲਈਏ, ਆਪਾਂ ਨੂੰ ਸਮਝ ਆ ਜਾਵੇ। ਜਿਹੜੇ ਇੱਥੇ ਵੱਡੇ ਵੱਡੇ ਧਰਮ ਹੋਏ ਆ, ਉਹਨਾਂ ਦਾ ਕੀ ਹਾਲ ਆ ਔਰ ਕੀ ਲਿਖਦੇ ਨੇ ਭਗਤ ਕਬੀਰ ਜੀ। ਇਹ ਉਹੀ ਨੇ ਸਾਰੇ ਅਗਲੇ ਆਟੇ ਵਾਲੇ, ਜਿਹੜੇ ਵੱਡੇ ਵੱਡੇ ਆਸ਼ਰਮ, ਡੇਰੇ, ਸੰਪਤਾ ਬਣਾ ਕੇ, ਮਾਰਕੀਟਾਂ ਬਣਾ ਕੇ ਫਿਰ ਉਹ 'ਤੇ ਮੌਜਾਂ ਕਰਦੇ। ਕਿੰਨਾ ਕੁ ਚਿਰ ਰਹਿਣਾ ਭਾਈ ਆਪਾਂ? ਕਿਉਂ ਜੀਵਨ ਖਰਾਬ ਕਰਨਾ? ਆਪਾਂ ਇਹ ਤਾਂ ਸਾਰਾ ਕੁਛ ਕੁਦਰਤ ਦਾ ਹੈ। ਜਗ ਢੰਦੜੇ ਲਾਇਆ ਤਾਂ ਸਮਝਣਾ ਹੀ ਸੀ ਆਪਾਂ। ਚਾਹੇ ਆਪਣੇ ਕੋਲ ਹੈ ਵੀ ਹੈ ਤਾਂ ਵੀ ਇਹ ਕੁਦਰਤ ਦਾ ਹੀ ਹੈ। ਸਮਝਣਾ ਵਾ, ਸਮਝ ਕੇ ਛੱਡਣਾ ਵਾ। ਜਿੱਦਣ ਛੱਡ ਦਾਂਗੇ ਉਦਣ ਮੁਕਤੀ ਮਿਲਣੀ ਆ। ਮੇਰਾ ਮੁਝਮੇ ਕੁਛ ਨਹੀਂ, ਜੋ ਕਿਛ ਹੈ ਤੇਰਾ, ਤੇਰਾ ਤੁਝ ਕੋ ਸੌਂਪ ਕੇ ਕਿਆ ਲਾਗੇ ਮੇਰਾ। ਸਾਰਾ ਵਿਚਾਰ ਕੇ ਦੇਖੋ ਭਾਈ, ਸਾਰਾ ਕੁਛ ਉਹਦਾ ਹੈ, ਫਿਰ ਮੁਕਤੀ ਮਿਲਣੀ ਆ ਆਪਾਂ ਨੂੰ। ਕੀ ਕਹਿੰਦੇ ਆ ਭਗਤ ਕਬੀਰ ਜੀ? ਆਸਾ ਜੋਗੀ ਜਤੀ ਤਪੀ ਸੰਨਿਆਸੀ, ਬਹੁਤ ਤੀਰਥ ਭਰਮਨਾ, ਲੁਜਤ ਮੁਜਤ ਮੋਣ ਜਟਾ ਤਰ, ਅਤ ਤਉ ਮਰਨਾ। ਲਓ ਕਰ ਲਓ ਆਟਾ ਇਕੱਠਾ, ਕਰ ਲਓ ਮਾਇਆ ਇਕੱਠੀ, ਮੁਕਤੀ ਨਹੀਂ ਮਿਲਣੀ ਹੈਗੀ। ਜੋਗੀ ਜਤੀ ਜਿਹੜੇ ਘਰ ਬਾਰ ਛੱਡ ਕੇ ਚਲੇ ਜਾਂਦੇ ਸੀ, ਤਪੀ ਸੰਨਿਆਸੀ ਆਪਦੇ ਆਪ ਨੂੰ ਵੱਡੇ ਧਾਰਮਿਕ ਕਹਾਉਣ ਵਾਲੇ, ਬਹੁਤ ਤੀਰਥਾਂ 'ਤੇ ਭਰਮਦੇ ਨੇ ਭਾਈ। ਲੁੱਜਤ ਮੁੱਜਤ ਜੈਨੀ ਮੋਨੀ, ਜਿਹੜੇ ਜੰਗਲਾਂ ਚਲੇ ਜਾਂਦੇ ਘਰ ਬਾਰ ਛੱਡ ਕੇ, ਕਹਿੰਦੇ ਬੋਲਣਾ ਨਹੀਂ, ਮੌਨ ਧਾਰ ਲਈ। ਉਹ ਮਨ ਥੋੜ੍ਹੀ ਚੁੱਪ ਕੀਤਾ ਭਾਈ। ਜਟਾ ਧਾਰਾਂ ਦਾ ਵੀ ਬੜਾ ਪ੍ਰਭਾਵ ਸੀ, ਲੋਕ ਮੰਨਦੇ ਸੀਗੇ। ਅੱਤ ਤਉ ਮਰਨਾ, ਲੋਕ ਕਮਾ ਲਓ, ਕਰ ਲਓ ਇਕੱਠਾ ਭਾਈ, ਫਿਰ ਵੀ ਜੰਮਣ ਮਰਨ ਤੋਂ ਛੁਟਕਾਰਾ ਨਹੀਂ ਹੋ ਸਕਦਾ ਆਪਣਾ। ਅੱਗੇ ਕੀ ਸਮਝਾਉਂਦੇ ਆ ਭਗਤ ਕਬੀਰ ਜੀ? ਤਾਂ ਤੇ ਸੇਵੀਏ ਲੈ
ਰਾਮ ਨਾਮ ਇਹ ਆਪਾਂ ਪ੍ਰਾਪਤੀ ਕਰਨੀ ਹੈ। ਸੇਵੀਅਤ ਤੋਂ ਭਾਵ ਹੈ ਸਮਝਣਾ, ਗੁਰ ਕੀ ਸੇਵਾ, ਸ਼ਬਦ ਵਿਚਾਰ, ਭਾਣੇ 'ਚ ਰਹਿਣਾ, ਜੋ ਦਿੱਤਾ ਉਹਨੂੰ ਮਿੱਠਾ ਕਰਕੇ ਮੰਨਣਾ। ਇਹ ਸੇਵਾ ਭਾਈ ਆਪ ਜਪੇ ਅਵਰੇ ਨਾਮ ਜਪਾਵੇ। ਪਹਿਲਾਂ ਆਪ ਸਮਝਣਾ ਨਾਮ ਕੀ ਹੈ, ਫਿਰ ਦੂਏ ਨੂੰ ਸਮਝਾਉਣਾ। ਰਸਨਾ ਰਾਮ ਨਾਮ ਹਿਤ ਜਾ ਕੇ ਕਹਾਂ ਕਰੇ ਜਮਨਾ। ਜਮ ਕੁਛ ਨਹੀਂ ਕਹਿੰਦੇ ਭਾਈ ਉਹਨਾਂ ਨੂੰ। ਜਿਹਦਾ ਪ੍ਰੇਮ ਰਾਮ ਨਾਲ ਅੰਤਰਾਤਮਾ ਨਾਲ ਪੈ ਗਿਆ, ਬਾਣੀ ਨਾਲ ਪੈ ਗਿਆ, ਗੁਰ ਕੇ ਚਰਨਾਂ ਕੁਦਰਤ ਨਾਲ, ਉਦੋਂ ਜਮ ਕੀ ਕਰਨਗੇ। ਆਪਾਂ ਸਲੋਕ ਲੈ ਲੈਂਦੇ ਹਾਂ। ਹਰ ਹਰ ਨਾਮ ਜਪੰਤਿਆਂ ਕਿਛ ਨ ਕਹੇ ਜਮ ਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਫਿਰ ਮਿਲੂਗਾ ਗੋਪਾਲ ਭਾਈ। ਜਮ ਕੁਛ ਨਹੀਂ ਕਹਿੰਦੇ। ਹਰ ਕਥਾ ਇਹਨੂੰ ਵਿਚਾਰਦੇ ਰਹਿਣਾ, ਲੱਗੇ ਰਹਿਣਾ। ਕੋਈ ਨਹੀਂ ਤੁਹਾਡਾ ਕੁਛ ਵਿਗਾੜ ਸਕਦਾ। ਇਹੀ ਤਾਂ ਸੁੱਖ ਸਾਗਰ ਹੈ ਭਾਈ, ਜਿੱਥੇ ਆਪਾਂ ਜਾਣਾ ਵਾ। ਹੁਣ ਆਪਾਂ ਦੁੱਖ ਸਾਗਰ 'ਚ ਬੈਠੇ ਹਾਂ, ਸੁੱਖ ਪਾਲੀ ਜਾਂਦੇ ਹਾਂ। ਸੁੱਖ ਸਾਗਰ ਵਾਲੇ ਸੁੱਖ ਸਾਗਰ ਦਾ ਜੀਵ ਆ, ਦੁੱਖ ਸਾਗਰ 'ਚ ਆ। ਵੈਸੇ ਇੱਥੇ ਸੁੱਖ ਪਾਲਦਾ ਨਹੀਂ ਭਾਈ। ਇਹ ਮ੍ਰਿਤ ਲੋਕ ਹੈ, ਆਪਾਂ ਨੂੰ ਛੱਡਣਾ ਪੈਣਾ ਵਾ। ਰਹਾਓ ਆਗਮ ਨਿਰਗਮ ਜੋਤਕ ਜਾਣੇ, ਬਹੁ ਬਹੁ ਵਿਆਕਰਨਾ। ਤੰਤ ਮੰਤਰ ਸਭ ਔਖਦ ਜਾਣੇ, ਅੰਤ ਤੋਂ ਮਰਨਾ। ਲੈ ਕਿੱਡਾ ਵੀ ਗਿਆਤਾ ਹੋਵੇ ਸ਼ਾਸਤਰਾਂ ਦਾ, ਸਾਰਾ ਕੁਛ ਜਵਾਨੀ ਬੋਲਦਾ ਹੋਵੇ, ਵਿਆਕਰਨ ਸਮਝਦਾ ਹੋਵੇ, ਤੰਤ ਮੰਤ ਔਖਦ ਸਾਰੀਆਂ ਦਵਾਈਆਂ ਵਿਧੀਆਂ ਜਾਣਦਾ ਹੋਵੇ, ਤੋ ਮਰਨਾ। ਉਹ ਆਪਣੇ ਆਪ ਹੀ ਬਣਿਆ ਬੈਠਾ ਭਾਈ। ਕੋਈ ਨਹੀਂ ਵਿਧੀ ਜਾਣਦਾ। ਸਾਰਾ ਕੁਛ ਕੁਦਰਤ ਦੇ ਵੱਸ ਹੈ। ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਕੋਈ ਨਹੀਂ ਜਾਣਦਾ। ਝੂਠ ਬਹੁਤ ਬੋਲਿਆ ਗਿਆ, ਤਾਂ ਹੀ ਤਾਂ ਸ਼ੈਤਾਨ ਕਿਹਾ ਗਿਆ ਬਾਣੀ ਵਿੱਚ ਇਹਨੂੰ। ਰਾਜ ਭੋਗ ਔਰ ਸਤਰ ਸਿੰਘਾਸਨ, ਬਹੁਤ ਸੁੰਦਰ ਰਮਨਾ। ਪਾਨ ਕਪੂਰ ਸੁਵਾਸਕ ਚੰਦਨ, ਅੰਤ ਤੋਂ ਮਰਨਾ। ਲਓ ਰਾਜੇ 'ਤੇ ਵੀ ਆ ਗਈ ਗੱਲ। ਬੜੀਆਂ ਰਾਣੀਆਂ, ਰਾਜਪੋ ਛੱਤਰ, ਦੂਰ ਦੂਰ ਰਾਜਪਾਟ, ਸੁਗੰਧੀਆਂ, ਤੋਂ ਮਰਨਾ। ਖੱਟ ਲਓ ਭਾਈ, ਕਰ ਲਓ ਤਨ ਇਕੱਠਾ। ਵੇਦ ਪੁਰਾਣ ਸਿਮਰਤ ਸਭ ਖੋਜੇ, ਕਹੂੰ ਨਾ ਉਬਰਨਾ। ਬਾਣੀ ਵਿਚਾਰਨ ਤੋਂ ਪਤਾ ਲੱਗੂ ਭਾਈ ਆਪਾਂ ਨੂੰ। ਕਿਸੇ ਨੇ ਨਹੀਂ ਬਚਣਾ। ਕੌਣ ਬਚੂਗਾ? ਨਾਨਕ ਰਹਿਣ ਰਜਾਈ। ਜਿਹੜੇ ਰਜਾ 'ਚ ਉਹਦੇ ਆ ਜਾਣਗੇ, ਭਾਣੇ 'ਚ ਆ ਜਾਣਗੇ, ਉਹਨਾਂ ਨੂੰ ਮੁਕਤੀ ਮਿਲ ਜਾਊਗੀ। ਨਹੀਂ ਜੰਮਣ ਮਰਨ ਨੂੰ ਫਿਰ ਚਲੇ ਜਾਵਾਂਗੇ। ਕਉ ਕਬੀਰ ਇਉ ਰਾਮੇ ਜਪੋ, ਮੇਟ ਜਨਮ ਮਰਨਾ। ਇਹ ਜਪਣਾ ਹੈ ਭਾਈ। ਜਪ ਕੀ ਹੁੰਦਾ? ਸਮਝਣਾ। ਤਪ ਕੀ ਹੁੰਦਾ? ਜਪ 'ਚ ਜਿਹੜਾ ਗਿਆਨ ਪੈਦਾ ਮਨ ਨੂੰ ਘੋਰ ਕੇ ਰੱਖਣਾ। ਪੂਜਾ ਫਿਰ ਉਹਦਾ ਜਸ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਵਿਨਸੇ ਦੂਜਾ। ਜਦੋਂ ਅਸੀਂ ਜਪ ਸਮਝਦੇ ਹਾਂ, ਉਹ 'ਚੋਂ ਗਿਆਨ ਪੈਦਾ ਹੋ ਗਿਆ, ਮਨ ਨੂੰ ਘੂਰ ਲਿਆ ਬੁੱਧੀ ਨੇ, ਭੂਤ ਨੂੰ ਬੋਤਲ 'ਚ ਬਚ ਕਰ ਲਿਆ। ਉਹ ਕੀ ਤਪ ਹੋ ਗਿਆ। ਇਹੀ ਭਗਤੀ ਹੈ। ਇਹ ਨਿਰਾਕਾਰ ਭਗਤੀ ਹੈ, ਸਰੀਰ ਦੀ ਨਹੀਂ ਹੈਗੀ। ਇਹ ਦਿਖਣ ਵਾਲੀ ਚੀਜ਼ ਨਹੀਂ ਹੈਗੀ। ਇਹ ਜਿਹਨਾਂ ਨੂੰ ਗਿਆਨ ਹੋ ਉਹਨਾਂ ਨੂੰ ਸਮਝ ਆਉਣੀ ਹੈ। ਤੀਜਾ ਪੂਜਾ। ਫਿਰ ਇਹ ਭੂਤ ਆਪਦੇ ਕਰ ਜਾਂਦਾ ਹੈ। ਹੁਣ ਇਹ ਭੂਤ ਸੁਲਤਾਨ ਬਣਿਆ ਬੈਠਾ ਹੈ, ਰਾਜਾ ਬਣਿਆ ਬੈਠਾ ਹੈ, ਬ੍ਰਹਮ ਗਿਆਨੀ ਬਣਿਆ ਬੈਠਾ, ਬੜੇ ਬੜੇ ਰੁਤਬੇ ਪ੍ਰਾਪਤ ਕਰੀ ਬੈਠਾ। ਜਾਂਦਾ ਕਿੱਧਰ ਨੂੰ ਹੈ? ਨਰਕਾਂ ਨੂੰ। ਮਨ ਜਾਣਤ ਹੀ ਸਭ ਬਾਤ, ਜਾਣਤ ਹੀ ਔਗਣ ਕਰੇ। ਕਾਹੇ ਕੀ ਕੁਸ਼ਲਾਤ, ਹਾਥ ਦੀਪ ਲੈ ਕੂਏ ਗਿਰੇ। ਭਗਤ ਜੀ ਕਹਿੰਦੇ ਜਾਣਦਾ ਸਾਰਾ ਕੁਛ ਹੈ। ਜਾਣਦੇ ਹਾਂ ਪਰ ਆਪਾਂ ਜਾਣੇ ਖੂਚ ਨੂੰ ਆ। ਕਾਹਦਾ ਸਿਆਣਾ ਭਾਈ। ਹੱਥ ਦੇ ਵਿੱਚ ਦੀਵਾ, ਧਰਮੀ ਬਣਿਆ ਬੈਠਾ, ਗਿਆਨਵਾਨ ਬਣਿਆ ਬੈਠਾ, ਵੀ ਜਾਂਦਾ ਖੂਹ ਨੂੰ। ਕਾਹਨੂੰ ਭਾਈ? ਮਨ ਅੰਧਾ ਨੌ ਸੁਜਾਨ, ਅੰਨਾ ਵਾਂ। ਐਵੇਂ ਸਿਆਣਾ ਬਣ ਕੇ ਬਹਿ ਗਿਆ। ਆਓ ਸਾਰੇ ਮਿਲ ਕੇ ਆਪੇ ਗਲਤੀ ਨਹੀਂ ਕਰਨੀ। ਬਾਬਾ ਫਰੀਦ ਜੋ ਸਮਝਾਉਂਦੇ ਆ, ਫਰੀਦ ਦਾ ਇੱਕ ਨਾ ਆਟਾ ਅਗਲਾ ਰੱਖ ਲੈਣ ਜਿੰਨਾ ਇਕੱਠਾ ਕਰਕੇ, ਉਹ ਖਾਣ ਵਾਲੇ ਹੋਰ ਆ ਜਾਣਗੇ ਭਾਈ। ਇੱਕ ਨਾ ਹੀ ਲੂਣ। ਜਿਹੜੇ ਲੱਗੇ ਹੋਏ ਨੇ ਉਹ ਵੀ ਸਮਝ ਲੈਣ, ਜੇ ਉਹਨਾਂ ਨੇ ਬਚਣਾ ਗੁਰੂ ਦੀ ਸ਼ਰਨ ਆ ਜਾਣਾ। ਅੱਗੇ ਗਏ ਸੁਝਾਵ ਸਨ, ਅੱਗੇ ਸਿਆਣੇ ਜਾਣਗੇ। ਭਾਵ ਸਾਰਾ ਕੁਛ ਤਾਂ ਉਹਦਾ ਹੈ ਭਾਈ। ਚੋਟਾਂ ਖਾਸੀ ਕੌਣ? ਫਿਰ ਚੋਟਾਂ ਭਗਤ ਕਬੀਰ ਜੀ ਕਹਿੰਦੇ ਆਪਾਂ ਨਹੀਂ ਖਾਣੀਆਂ, ਆਪਾਂ ਇਹ ਤੋਂ ਬਚਣਾ। ਜਪਜੀ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਮੰਨੇ ਮੂੰਹ ਚੋਟਾਂ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ। ਜਿਹੜੇ ਗੁਰਸਿੱਖ
ਕੋਈ ਚੌਂ ਵਰਨਾ ਕੁੱਬਦੇ ਸਾਂਝਾ ਗੁਰ ਸ਼ਬਦ ਦੀ ਕਮਾਈ ਕਰਦੇ ਔਰ ਬਾਣੇ 'ਚ ਰਹਿੰਦੇ ਆ, ਬਾਣੀ ਨੂੰ ਸੱਤ ਕਰਕੇ ਮੰਨਦੇ, ਉਹਨੂੰ ਚੋਟਾਂ ਨਹੀਂ ਪੈਂਦੀਆਂ, ਜੰਮ ਉਹਨਾਂ ਨੂੰ ਛੱਡ ਦਿੰਦੇ, ਇਹ ਆਪਦੇ ਘਰ ਪਹੁੰਚ ਆਓ। ਆਪਾਂ ਵੀ ਆਪਣੇ ਘਰ ਪਹੁੰਚਣਾ ਭਾਈ, ਗੁਰ ਕੇ ਚਰਨ ਬਾਣੀ ਨਾਲ ਜੁੜੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।